ਭਾਰਤ ਵਿੱਚ ਮਾਤਾ ਮਨਸਾ ਦੇਵੀ ਦਾ ਆਪਣਾ ਇੱਕ ਸਥਾਨ ਹੈਗਾ। ਦੂਰੋਂ ਦੂਰੋਂ ਭਗਤ ਜਿਹੜੇ ਆ ਮਾਤਾ ਮਨਸਾ ਦੇਵੀ ਦਾ ਦਰਸ਼ਨ ਕਰਨ ਲਈ ਪੰਚਕੂਲਾ ਆਉਂਦੇ ਆ। ਹੁਣ ਇੱਥੋਂ ਭੰਡਾਰਾ ਜਿਹੜਾ ਇੱਥੇ ਮਾਤਾ ਮਨਸਾ ਦੇਵੀ ਜਿੱਥੇ ਭੰਡਾਰਾ ਬਣਦਾ ਹੁਣ ਉਹ ਲੋਕਾਂ ਦੀ ਸੁਵਿਧਾ ਲਈ ਉਹਨਾਂ ਦੇ ਘਰ ਤੱਕ ਪਹੁੰਚਾਉਣ ਦੀ ਵਿਵਸਥਾ ਕੀਤੀ ਗਈ ਆ। ਅਗਰ ਕੋਈ ਕਿਸੇ ਦੀ ਮੈਰਿਜ ਐਨੀਵਰਸਰੀ ਆ, ਬਰਥਡੇ ਹੈਗਾ, ਉਹ ਕਿਸੇ ਹੋਟਲ 'ਚ ਜਾ ਕੇ ਪਾਰਟੀ ਕਰਨ ਦੀ ਜਗ੍ਹਾ ਜਦੀ ਉਹ ਗਰੀਬਾਂ ਨੂੰ ਭੰਡਾਰਾ ਖਿਲਾਉਣਾ ਚਾਹੁੰਦਾ ਜਾਂ ਗਰੀਬਾਂ ਦੀ ਸੇਵਾ ਕਰਨਾ ਚਾਹੁੰਦਾ ਜਾਂ ਆਪਣੇ ਰਿਸ਼ਤੇਦਾਰਾਂ ਦੀ ਇਹਨੂੰ ਮਾਤਾ ਮਨਸਾ ਦੇਵੀ ਦਾ ਭੰਡਾਰਾ ਖਿਲਾਉਣਾ ਚਾਹੁੰਦਾ ਤਾਂ ਉਸ ਦੀ ਸੁਵਿਧਾ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ। ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਵੋਗੇ ਵੱਖ-ਵੱਖ ਗੱਡੀਆਂ ਖੜੀਆਂ। ਇਹ ਗੱਡੀਆਂ ਸਿਰਫ ਭੰਡਾਰਾ ਵਰਤਣ ਲਈ ਇਹ ਗੱਡੀਆਂ ਜਿਹੜੀਆਂ ਇੱਥੇ ਖੜੀਆਂ ਕੀਤੀਆਂ ਗਈਆਂ। ਇਹ ਗੱਡੀਆਂ ਟਰਾਈ ਸਿਟੀ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਤਿੰਨ ਸ਼ਹਿਰਾਂ ਦੇ ਵਿੱਚ ਇਹ ਜਿੱਥੇ ਵੀ ਇਸ ਦੀ ਬੁਕਿੰਗ ਹੁੰਦੀ ਆ ਉੱਥੇ ਗੱਡੀਆਂ ਜਾਂਦੀਆਂ, ਭੰਡਾਰਾ ਲੈ ਕੇ ਜਾਂਦੀਆਂ ਆਪਣੇ ਨਾਲ। 500 ਬੰਦਿਆਂ ਦਾ ਭੰਡਾਰਾ ਜਿਹੜਾ ਪ੍ਰਸ਼ਾਦ ਜਿਹੜਾ ਇਸ ਗੱਡੀਆਂ ਦੇ ਵਿੱਚ ਜਾਂਦਾ ਔਰ ਜਿੱਥੇ ਸ਼ਰਧਾਲੂ ਕਹਿੰਦੇ ਆ ਉੱਥੇ ਜਾ ਕੇ ਇਹ ਜਿਹੜੀਆਂ ਗੱਡੀਆਂ ਤੋਂ ਭੰਡਾਰਾ ਜਿਹੜਾ ਵਰਤਾਇਆ ਜਾਂਦਾ। ਸਾਡੇ ਨਾਲ ਇੱਥੇ ਦੇ ਚੇਅਰਮੈਨ ਅਤੇ ਪ੍ਰਧਾਨ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ। ਸਰ, ਕੁੱਲ ਕਿੰਨੀਆਂ ਗੱਡੀਆਂ ਤੁਸੀਂ ਇੱਥੇ ਪਾਈਆਂ ਹੋਈਆਂ? ਇਹ ਕਿਸ ਤਰ੍ਹਾਂ ਦੀ ਵਿਵਸਥਾ ਜਿਹੜੀ ਹੈ ਤੁਸੀਂ ਕੀਤੀ ਹੋਈ ਹੈ? ਅਸੀਂ ਸਟਾਰਟ ਤੋਂ ਕੀਤੀ ਸੀ ਕਿ ਗੱਡੀ ਤੋਂ ਸਟਾਰਟ ਕੀਤੀ ਸੀ। ਲੋਕਾਂ ਦੀ ਡਿਮਾਂਡ ਦੇ ਨਾਲ ਜਿਹੜੀ ਹੈਗੀ ਹੈ ਹੁਣ ਕਰਦੇ 7 ਗੱਡੀਆਂ ਸਾਡੇ ਕੋਲ ਜਿਹੜੀ ਹੈਗੀਆਂ ਇਹ ਹੁਣ ਇਸ ਟਾਈਮ ਚੱਲ ਰਹੀਆਂ ਹੈਗੀਆਂ। ਪਰ ਲੇਟੈਸਟ ਸਾਡੀ ਆਪਣਾ 2 ਗੱਡੀਆਂ ਵਾਸਤੇ ਗਿਆਨ ਚੰਦ ਗੁਪਤਾ ਜੀ ਸਪੀਕਰ ਸਾਹਿਬ ਨੇ ਆਪਣਾ ਸਾਨੂੰ ਹੋਰ ਗੱਡੀਆਂ ਦੇਣ ਦੀ ਕੀਤੀ ਹੈ। ਉਹ ਵੀ ਲੱਗਦਾ ਕਿ ਆਪਣਾ ਅਗਲੇ 2 ਮਹੀਨੇ ਤੱਕ ਉਹ ਗੱਡੀਆਂ ਵੀ ਆ ਜਾਣਗੀਆਂ ਤੇ ਟੋਟਲ 9 ਗੱਡੀਆਂ ਸਾਡੇ ਕੋਲ ਹੋ ਜਾਣ ਜਿਹੜੀਆਂ ਹੈਗੀਆਂ, ਜਿਹੜੇ ਪੂਰੇ ਟਰਾਈ ਸਿਟੀ ਦੇ ਅੰਦਰ ਜਿਹੜਾ ਹੈਗਾ ਜਗ੍ਹਾ ਜਾ ਕੇ ਭੰਡਾਰਾ ਬਣਦੀਆਂ ਹੈਗੀਆਂ। ਕੁਝ ਸਾਡੀ ਜਗ੍ਹਾ ਐਸੀ ਹੈ ਜਿਹੜੀਆਂ ਫਿਕਸ ਜਗ੍ਹਾ ਹੈਗੀਆਂ, PGI ਹੋ ਗਿਆ, ਸੈਕਟਰ 6 ਦਾ ਹਸਪੀਟਲ ਹੋ ਗਿਆ, ਮਨੀ ਮਾਰੇ ਹਸਪੀਟਲ ਹੋ ਗਿਆ ਜਿਹੜਾ ਹੈਗਾ, ਇਹ ਤਾਂ ਕੋਈ ਐਸੀ ਜਗ੍ਹਾ ਹੈ ਜਿੱਥੇ ਰੈਗੂਲਰ ਭੰਡਾਰਾ ਲੱਗਦਾ ਹੈਗਾ। ਜਿੱਥੇ ਸਾਡੀ ਗੱਡੀ ਜਾਂਦੀ ਆ ਉੱਥੇ ਜਿਹੜੇ ਮਰੀਜ਼ਾਂ ਦੇ ਨਾਲ ਉਹਨਾਂ ਦੇ ਤਮੀਰਦਾਰ ਆਉਂਦੇ ਆ, ਉਹਨਾਂ ਦੇ ਰਿਸ਼ਤੇਦਾਰ ਆਉਂਦੇ ਆ, ਉਹਨਾਂ ਲਈ ਇਹ ਗੱਡੀਆਂ ਇੱਥੋਂ ਜਾਂਦੀਆਂ। ਬਾਕੀ ਹੋਰ ਜਗ੍ਹਾ ਵੀ ਅਗਰ ਕੋਈ ਬੁਕਿੰਗ ਕਰਦਾ ਤਾਂ ਉੱਥੇ ਵੀ ਤੁਸੀਂ ਗੱਡੀਆਂ ਭੇਜ ਦਿਓ। ਬਿਲਕੁਲ ਜਿਹੜਾ ਆਪਣਾ ਬੰਦਿਆਂ ਦੇ ਨਾਲ ਕੋਈ ਆਪਣਾ ਅਟੈਂਡੈਂਟ ਆਏ ਹੁੰਦੇ ਹੈਗੇ ਆ, ਉਹਨਾਂ ਨੂੰ ਸ਼ੁੱਧ ਖਾਣਾ ਜਿਹੜਾ ਹੈਗਾ ਉੱਥੇ ਦੇਸੀ ਘਿਓ ਦਾ ਹਲਵਾ ਜਿਹੜਾ ਹੈਗਾ ਉੱਥੇ ਪ੍ਰਾਪਤ ਹੁੰਦਾ ਹੈਗਾ। ਮੈਕਸਿਮਮ ਲੋਕੀ ਸਾਡਾ ਭੰਡਾਰਾ ਜਿਹੜਾ ਉੱਥੇ ਆਪਣਾ ਲੈ ਕੇ ਆਪਣੇ ਆਪ ਨੂੰ ਇਹ ਗਰਵ ਮਹਿਸੂਸ ਕਰਦੇ ਕਿ ਤਾਂ ਮਾਤਾ ਦਾ ਭੰਡਾਰਾ ਹੈਗਾ, ਨਾਲੇ ਆਪਣਾ ਪੇਟ ਭਰਨ ਵਾਸਤੇ ਭੋਜਨ ਵੀ ਮਿਲ ਜਾਂਦਾ ਉਹਨਾਂ ਜਿਹੜਾ ਹੈਗਾ। ਚੇਅਰਮੈਨ ਸਾਹਿਬ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਚੇਅਰਮੈਨ ਸਾਹਿਬ, ਕੀ ਮੈਂ ਇੱਕ ਲੇਮੈਨ ਹੈਗਾ, ਮੈਂ ਇਹ ਭੰਡਾਰੇ ਦੀ ਗੱਡੀ ਆਪਣੇ ਘਰੇ ਆਪਣੇ ਜਨਮ ਦਿਨ 'ਤੇ ਜਾਂ ਮੈਰਿਜ ਐਨੀਵਰਸਰੀ 'ਤੇ ਬੁਲਾਉਣਾ ਚਾਹੁੰਦਾ ਹੈ ਜਾਂ ਮੈਂ ਕਿਤੇ ਕਿਸੇ ਕਲੋਨੀ 'ਚ ਮੈਂ ਚਾਹੁੰਦਾ ਵੀ ਕੁਝ ਗਰੀਬ ਲੋਕਾਂ ਨੂੰ ਮੈਂ ਇਹ ਜਿਹੜਾ ਭੰਡਾਰਾ ਹੈ ਉੱਥੇ ਪ੍ਰੋਵਾਈਡ ਕਰਾਂ, ਉਹਨਾਂ ਨੂੰ ਖਿਲਾਵਾਂ, ਤਾਂ ਮੈਨੂੰ ਕੀ ਕਰਨਾ ਪਏਗਾ? ਤੁਹਾਨੂੰ ਸਿਰਫ ਕੁਝ ਨਹੀਂ ਕਰਨਾ। ਸਾਡੇ ਕੋਲ ਇੱਕ ਗੱਡੀ 'ਚ 500 ਆਦਮੀਆਂ ਦਾ ਖਾਣਾ ਜੀ, ਜਿਵੇਂ ਕੜੀ, ਚਾਵਲ, ਫੁਲਕੇ, ਸਬਜ਼ੀ, ਹਲਵਾ ਜੀ, 5 ਚੀਜ਼ੇ ਸਾਤਵਿਕ ਖਾਣਾ ਬਣਦਾ ਹੈ। ਜਿਹੜਾ ਕੋਈ ਵੀ ਸਾਡੇ ਕੋਲ ਪਲੇਟਾਂ ਨਾਲ ਹੁੰਦੀ ਹੈ, ਸਾਡੀ ਗੱਡੀ ਦੇ ਨਾਲ ਡਰਾਈਵਰ 2 ਉਹਨਾਂ ਦੇ ਹੈਲਪਰ ਜਾਂਦੇ ਆ ਜੋ ਆਦਮੀ ਵਰਤਾਉਂਦੇ ਆ ਜੀ। ਜਿਨ੍ਹਾਂ ਦਾ ਭੰਡਾਰਾ ਜਿਹੜੇ ਬੁੱਕ ਕਰਦੇ ਆ ਉਹ ਆਦਮੀ ਉਹਨਾਂ ਦੇ ਘਰ ਵਾਲੇ ਰੋ ਬੈਠ ਕੇ ਆਦਮੀ ਆਰਾਮ ਨਾਲ ਲੋਕਾਂ ਨੂੰ ਜਿੰਨਾ ਵੀ ਜ਼ਰੂਰਤਮੰਦ ਵਾਲੇ ਵਾਸਤੇ ਕਲੋਨੀ ਜਾਂਦੇ ਆ, PGI ਜਾਂਦੇ ਆ, ਹੋਸਟਲ ਜਾਂਦੇ ਆ, ਬੜੇ ਆਰਾਮ ਨਾਲ ਬਹਿ ਕੇ ਸਾਰਾ ਸਿਸਟਮ ਬਣਾਇਆ ਹੈ ਉਹ ਆਪਣਾ ਆਰਾਮ ਨਾਲ ਵਰਤਾ ਦਿੰਦੇ ਆ। ਸਾਤਵਿਕ ਖਾਣਾ ਹੁੰਦਾ ਹੈ, हर तरह के आदमी उन्होंने कोई भी और माता का प्रसाद लगे होंगे। लोग एक भंडारा भी है और वहाँ जो हॉस्पिटल में जाते हैं मरीज उनके तमीरदारों के लिए सब तरह से निःशुल्क रहता है। प्रधान जी, यदि मुझे ये गाड़ी बुक करनी हो तो क्या आप मुझसे कोई चार्ज लोगे? इसके लिए अपने अपना नॉमिनल चार्ज रखा हुआ है। अगर तो कोई आदमी बुक कराना चाहता है तो 9100 रुपये तो हमारा चार्ज है 500 बंदे खाने के लिए, जिसके अंदर हम हलवा या मीठा प्रोवाइड नहीं करते। अगर मीठा प्रोवाइड कराना है तो 12,000 रुपये का हमने अपना शुल्क रखा हुआ है, जो कि बड़ा नॉमिनल है। और उस शुल्क के साथ में ही जो लोग खाना खाना चाहते हैं उनको तो फ्री में ही है, मगर जो बुक कराता है वो अपने तरफ से जो है ना उसको अपना श्रद्धा के हिसाब से हमें वो पे करता है। उसके लिए हमने अपना मोबाइल नंबर है हमारा बुकिंग कराने के लिए, एक फ़ोन नंबर ही हमारा संस्था का है यहाँ पे बुक कराने के लिए। संस्था के अंदर आकर के बुक करा सकता है, फ़ोन पे बुकिंग करा सकता है। जिनसे जैसे उसकी बुकिंग होती है उसका टाइम डेट नोट कर लिया जाता है और एक दिन पहले उनको इतला किया जाता है भी आपका खाना भंडारा जाने वाला है, कहाँ पे लगवाना है आपने वो बता देता है। वहाँ पे हमारी गाड़ी जा करके खाने को बर्ताव पूरा करके फिर चल के आती है। कई दफ़े क्या होता है कि हमारा भंडारा 500 बंदा बुक किया मगर बंदे कम आए, मगर गाड़ी वाला इंस्ट्रक्शन है कि वो भंडारा कहीं अच्छी जगह के ऊपर कॉलोनी में उसको पूरा बर्ता करके ही आता है। जो बंदा लेके नहीं आता भाई सारा भंडारे को पूरा बर्ता के फिर आता है मोड़ के। जी, मतलब एक बारी जो आपके मतलब कि एक दिन में एक गाड़ी कितनी बारी भंडारा या प्रसाद लेके जाती है?
हमारी जो गड्डी है दोपहर के टाइम 11:30 बजे से 12 बजे तक गड्डी, हमारे पास 7 गड्डियां हैं, 6-7 गड्डियां सब बुक रहती हैं। शाम के टाइम भी दोनों समय खाना हर आदमी उसमें अपना अपनी सुविधा के मुताबिक दोपहर को लगाना चाहता है या शाम को सेवा देना चाहता है। दोनों समय के लिए हमारी गड्डियां हर तरह सेवा के लिए तैयार रहता है भंडारा। एक उसमें हमारे एक गाड़ी जो सी है हमारे 6 सेक्टर पंचकुला हॉस्पिटल में, जनरल हॉस्पिटल में, वो डेली सेवा में कई सालों से निःशुल्क सेवा मरीजों के लिए और उनके अटेंडेंट के लिए दोनों समय जाता है। जो निःशुल्क सेवा भंडारे की तरफ से महामारी के आदेश के मुताबिक वो तैयार रहती है। उसमें खिचड़ी भी होता है, दलिया भी होता है, मरीजों के मुताबिक जो भी उनकी सुविधा के मुताबिक मरीजों उसका जाता रहता है। आम रूटीन में कड़ी चावल फुल्के सब्जी हलवा 500 आदमियों का खाना पीजीआई में, 6 सेक्टर में, किसी घर में, कॉलोनी में, जहां अपनी सुविधा के मुताबिक जहां भी वो सेवा करना चाहता है उसके लिए भंडारा हर तरह से सुविधा दे रखी है, हर तरह से कोऑपरेट करने के लिए तैयार रहता है। सतपाल जी, जैसे हमारे पास 7 गाड़ियां हैं, आपने कहा भी 2 ਗੱਡੀਆਂ ਜਿਹੜੀਆਂ ਹੋਰ ਆ ਰਹੀਆਂ, 2 ਮਹੀਨੇ 'ਚ ਸਾਡੇ ਕੋਲ 9 ਹੋ ਜਾਣਗੀਆਂ। ਇਸ ਸਮੇਂ ਬੁਕਿੰਗ ਦੀ ਸਥਿਤੀ ਕੀ ਹੈ? ਲੋਕੀ ਮਤਲਬ ਕਿ ਕਿਸ ਹਿਸਾਬ ਨਾਲ ਬੁਕਿੰਗ ਕਰ ਰਹੇ ਆ? ਕੀ ਸਾਡੇ ਕੋਲੇ ਆਲਰੇਡੀ ਐਡਵਾਂਸ ਬੁਕਿੰਗ ਰਹਿੰਦੀ ਹੈ ਜਾਂ ਵੇਟਿੰਗ 'ਚ ਰਹਿੰਦੀ ਹੈ ਜਾਂ ਸਾਡੀ ਗੱਡੀ ਖੜੀ ਰਹਿੰਦੀ ਹੈ? ਸਥਿਤੀ ਕੀ ਹੈ ਇਸ ਸਮੇਂ? ਅਜੇ ਤਾਂ ਇਹ ਪੁੱਛ ਰਹੇ ਕਿ ਹਲੇ ਸਾਨੂੰ ਲੱਗਦਾ ਹੈ ਗੱਡੀਆਂ ਜੇ 10-12 ਵੀ ਹੋ ਜਾਣ ਤਦ ਵੀ ਇਹਨੂੰ ਦਿੱਕਤ ਨਹੀਂ ਆਏਗੀ। ਹਲੇ ਵੀ ਸਾਡੀ ਬੁਕਿੰਗ 2 ਮਹੀਨੇ ਦੀ ਬੁਕਿੰਗ ਤਾਂ ਰਹਿੰਦੀ ਫੁੱਲ ਜਿਹੜੀ ਹੈਗੀ ਹੈ। ਕਈ ਵਾਰ ਤਾਂ ਸਿਫਾਰਿਸ਼ ਆਉਂਦੀ ਹੈ ਵੀ ਸਾਡੀ ਬੁਕਿੰਗ ਕਰ ਲਓ ਜੀ, ਸਾਨੂੰ ਜ਼ਰੂਰਤ ਹੈਗੀ ਜਿਹੜੀ ਹੈਗੀ ਹੈ, ਫਿਰ ਸਾਨੂੰ ਕੋਈ ਨਾ ਕੋਈ ਆਪਣਾ ਇੱਧਰੋਂ ਉੱਧਰ ਪਲਟਾ ਪਲਟੀ ਕਰਕੇ ਇਹਦੀ ਬੁਕਿੰਗ ਕਰਨੀ ਪੈਂਦੀ ਹੈਗੀ ਹੈ। ਪਰ ਜਿਹੜਾ ਮੈਂ ਮਹਿਸੂਸ ਕੀਤਾ ਕਿ ਟਰਾਈ ਸਿਟੀ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈਗੀ ਹੈ, ਖਾਣੇ ਦੀ ਵੀ ਰਿਕੁਆਇਰਮੈਂਟ ਹੈਗੀ ਹੈ, ਪ੍ਰਸ਼ਾਦ ਦੀ ਰਿਕੁਆਇਰਮੈਂਟ ਵੀ ਹੈਗੀ ਜਿਹੜੀ ਹੈਗੀ ਹੈ। ਬੁਕਿੰਗ ਦਾ ਤਾਂ ਇਹ ਹਾਲ ਹੈ ਕਿ ਸਿਫਾਰਿਸ਼ ਦੇ ਨਾਲ ਬੁਕਿੰਗ ਕਰਨੀ ਪੈਂਦੀ ਹੈ ਕਈ ਵਾਰ ਜਿਹੜੀ ਹੈ। ਅਜੇ ਤੱਕ ਸਾਡਾ ਦਿਨ ਦਾ ਜਿਹੜਾ ਖਾਣਾ ਹੈਗਾ ਉਹ ਤਾਂ ਕੋਈ ਗੱਡੀ ਖਾਲੀ ਨਹੀਂ ਰਹਿੰਦੀ ਹੈਗੀ। ਸ਼ਾਮ ਨੂੰ ਹੁੰਦਾ ਕਈ ਵਾਰੀ ਸਾਡੇ ਕੋਲ ਗੱਡੀ 1-2 ਗੱਡੀ ਬੁਕਿੰਗ ਨਹੀਂ ਮਿਲਦੀ ਹੈਗੀ ਹੈ, ਪਰ ਦਿਨ ਦਾ ਜਿਹੜਾ ਬਾਹਰ ਦੁਪਹਿਰ ਦਾ ਖਾਣਾ ਹੈਗਾ ਉਹ ਫੁੱਲ ਬੁੱਕ ਰਹਿੰਦਾ ਹੈਗਾ ਜਿਹੜਾ ਹੈਗਾ। ਪਰ ਜਿਹੜਾ ਅਸੀਂ ਖਾਣਾ ਬਣਾਉਂਦੇ ਆ ਇਹ ਕਿਸ ਦਾ ਮਤਲਬ ਕਿ ਅਸੀਂ ਕੋਈ ਸਪੈਸ਼ਲ ਖਾਣਾ ਬਣਦਾ ਕਿੱਦਾਂ, ਮਤਲਬ ਕੋਈ ਕਿਚਨ ਕਿੱਦਾਂ ਦਾ ਬਣਾ ਰਹੇ? साडा खाना है जो बॉयलर के द्वारा स्टीम के द्वारा खाना बनता है। सारा खाना स्टीम से तैयार होता के है? द्वारा कड़ी है, चावल है, जितनी भी सब्जियां हैं वो सारी स्टीम के द्वारा बनते हैं। बिल्कुल हाइजेनिक तरीके से कोशिश करते अच्छा, हैं। गैस वगैरह यूज़ नहीं करते हम? गैस सिर्फ उसमें हलवे के अंदर रोटी बनाने के लिए जो आदमी हमारी रोटी के लिए भी मशीन लगी हुई है, रोटी के लिए भी मशीन लगी हुई है, हलवे के लिए अलग मशीन लगी हुई है जी, उसमें गैस यूज होती है, उसमें गैस यूज होती है हलवे उसमें हलवे के लिए। बाकी सारा खाना हमारा स्टीम से बनता है। स्टीम पे बनता है। और खाना बनाने के बाद जो है ना माता का भोग लगने के बाद ही हमारा खाना बर्ताव होता है। 11 बजे माता का भोग लगता है, उसके बाद ही हमारी गाड़ियाँ 12 बजे इसलिए निकालते हैं भोग के बाद, ताकि शुद्ध भोग के बाद खाना जाए। हमारे को भी लगता है कि श्रद्धा का, क्योंकि ये भंडारा जो है माता मनसा देवी का भंडारा गिना जाता है और माता मनसा के नाम से ये भंडारा चला हुआ है, तो ऐसे ही चलता है। महामाई जगजननी की कृपा और आशीर्वाद से कोशिश रहती है भी शहर के अंदर लोगों के सहयोग से, प्रेरणा से हर कॉलोनी में, हर जगह जहाँ रिक्वायरमेंट होती है उसके मुताबिक हर आदमी को पेट भर खाना मिले। उसमें कहीं हमारे को वैसे भी किसी शहर में ज़रूरतमंद को कोई वैसे भी 100, 200, 500 आदमी खाना अगर ज़रूरत पड़ती है, हम निःशुल्क वो अपने भंडारे की तरफ से भी सेवाएं हर तरह तैयार रहती है सेवाएं देने के लिए। कोविड के टाइम भी जिस टाइम बड़ा मुश्किल हो रहा था, जो हमें खुद आदमी 5 से 7 हज़ार आदमियों का खाना बन के पंचकूला एडमिनिस्ट्रेशन के साथ सेवाएं जाती रही। पैकिंग के द्वारा भी, लूज में भी जो नियर बाई उसमें सारा एडमिनिस्ट्रेशन साथ में जहाँ जहाँ कहती थी उसके मुताबिक जाता है। जिसके बाद में सीएम साहब द्वारा और पंचकूला एडमिनिस्ट्रेशन द्वारा हमें प्रशंसा पत्र और सेवाएं के लिए उन्होंने हमारा भंडारे का भी धन्यवाद किया। अभी आपने बहुत ही पूरी प्रशंसा की गई इसमें। और भी कोशिश रहती है अभी हम ट्राई सिटी में, उसके साथ साथ कई बार बद्दी वगैरह, पंजौर वगैरह में किसी की स्पेशल आ जाती है। हर तरह से आदमी के, हर आदमी को समाज फैक्ट्रियों में भी समाज के हित के लिए हम हर तरह कोशिश करते हैं कि सात्विक खाना महामारी का जो खाना है, आशीर्वाद है, वो लोगों तक सेवा में पहुँचे। सिंपल जी, मैंने देखा है ऐसी ना जन्मदिन ਤੇ ਮੈਰਿਜ ਐਨਵਰਸਰੀ ਜਾਂ ਕੋਈ ਵੀ ਹੋਰ ਕੋਈ ਗੱਲ ਹੋਵੇ ਆਪਾਂ ਪਾਰਟੀਆਂ ਕਰਦੇ ਸੀਗੇ।
ਹੁਣ ਲੋਕੀ ਥੋੜਾ ਜਿਹਾ ਇਹ ਕਰਨ ਲੱਗ ਗਏ ਵੀ ਜਿਸ ਦਿਨ ਜਨਮ ਦਿਨ ਹੈ ਉਸ ਦਿਨ ਪਾਰਟੀ ਕਰਨ ਦੀ ਬਜਾਏ ਉਹ ਇਹ ਸੋਚਦਾ ਵੀ ਮਾਤਾ ਦਾ ਭੰਡਾਰਾ ਬੁੱਕ ਕੀਤਾ ਜਾਵੇ ਔਰ ਮਾਤਾ ਦਾ ਭੰਡਾਰਾ ਚਾਹੇ ਰਿਸ਼ਤੇਦਾਰਾਂ ਨੂੰ ਖਿਲਾਇਆ ਜਾਵੇ, ਚਾਹੇ ਮਰੀਜ਼ਾਂ ਨੂੰ ਖਿਲਾਇਆ ਜਾਵੇ, ਚਾਹੇ ਗਰੀਬ ਬੰਦਿਆਂ ਨੂੰ ਖਿਲਾਇਆ ਜਾਵੇ। ਲੋਕ ਕੋਸ਼ਿਸ਼ ਕਰਦੇ। ਤੁਹਾਨੂੰ ਕੀ ਲੱਗਦਾ ਕਿੰਨਾ ਕੁ ਠੱਲ ਆਇਆ ਜਿਹੜਾ ਅਸੀਂ ਉਹ ਪਾਰਟੀਆਂ ਕਰਦੇ ਸੀਗੇ, ਅਸੀਂ ਹੋਟਲ 'ਚ ਜਾਂਦੇ ਸੀਗੇ, ਅਸੀਂ ਮਤਲਬ ਕਿ ਉਸ 'ਚ ਸ਼ਰਾਬ ਵੀ ਵਰਤਾਈ ਜਾਂਦੀ ਸੀ, ਹੋਰ ਵੀ ਚੀਜ਼ਾਂ, ਉਸ 'ਚ ਤੁਹਾਨੂੰ ਕੀ ਲੱਗਦਾ ਕਿੰਨੇ ਕੁ % ਉਸ 'ਚ ਠੱਲ ਪਈ ਹੋਣੀ ਹੈ ਜਾਂ ਉਸ 'ਚ ਕਮੀ ਆਈ ਹੋਣੀ ਹੈ? ਜਦੋਂ ਭੰਡਾਰੇ ਦੀ ਬੁਕਿੰਗ ਨਹੀਂ ਹੁੰਦੀ ਸਾਡੇ ਕੋਲ ਕਈ ਫੋਨ ਆਉਂਦੇ ਆ ਕਿ ਮੇਰੇ ਪਿਤਾ ਜੀ ਦਾ ਜਨਮ ਦਿਨ ਮਨਾਉਣਾ ਸੀਗਾ ਜਾਂ ਮੇਰੇ ਆਪਣਾ ਮੈਰਿਜ ਐਨਵਰਸਰੀ ਸੀਗੀ ਜਿਹੜੀ ਹੈ ਗੱਡੀ ਮਿਲ ਨਹੀਂ ਰਹੀ, ਸਾਨੂੰ ਪਰਟੀਕੂਲਰ ਡੇਟ ਵਾਲੀ ਗੱਡੀ ਚਾਹੀਦੀ ਹੈਗੀ ਹੈ। ਹੁਣ ਕਾਫੀ ਲੋਕਾਂ ਨੂੰ ਇਹ ਹੋ ਗਿਆ ਕਿ ਉਹ ਪਰਟੀਕੂਲਰ ਦਿਨਾਂ ਦੇ ਵਾਸਤੇ ਗੱਡੀਆਂ ਬੁੱਕ ਕਰਾ ਕੇ ਲੋਕਾਂ ਨੂੰ ਆਪਣਾ ਸੁਵਿਧਾ ਖਾਣਾ ਖਿਲਾ ਕੇ ਜਿਹੜਾ ਹੈਗਾ ਆਪਣੇ ਆਪ ਨੂੰ ਜ਼ਿਆਦਾ ਗਰਮ ਮਹਿਸੂਸ ਕਰਦੇ ਆ ਬਜਾਏ ਕਿ ਆਪਣਾ ਹੋਟਲਾਂ 'ਚ ਜਾ ਕੇ ਪਾਰਟੀਆਂ ਕਰਨ। ਇੱਕ ਤਾਂ ਕਿ ਖਰਚਾ ਉੱਥੇ ਬਹੁਤ ਜ਼ਿਆਦਾ ਹੋ ਜਾਂਦਾ ਹੈਗਾ, ਦੂਜਾ ਕਿ ਮਨ ਦੀ ਸ਼ਰਧਾ ਔਰ ਮਨ ਦੇ ਅੰਦਰ ਉਹ ਚੀਜ਼ ਨਹੀਂ ਮਿਲਦੀ ਜਿਹੜੀ ਇੱਥੇ ਖਾਣਾ ਵਰਤਾ ਕੇ ਮਿਲਦੀ ਹੈਗੀ ਹੈ। ਆਪਣੇ ਹੱਥੋਂ ਜੋ ਖਾਣਾ ਬਣਦਾ ਹੈਗਾ ਉਹਨੂੰ ਇਹ ਲੱਗਦਾ ਕਿ ਮੈਂ ਆਪਣੇ ਮਾਤਾ ਪਿਤਾ ਦੇ ਆਪਣਾ ਐਨਵਰਸਰੀ ਵਾਸਤੇ ਜਾਂ ਮਾਤਾ ਪਿਤਾ ਜਨਮ ਦਿਨ ਵਾਸਤੇ ਜਾਂ ਆਪਣੇ ਜਨਮ ਵਾਸਤੇ ਆਪਣੀ ਐਨਵਰਸਰੀ ਵਾਸਤੇ ਖਾਣਾ ਵਰਤਾਇਆ ਤੇ ਉਹਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ। ਇਹਦੇ ਨਾਲ ਨਾਲ ਮੈਂ ਦੇਖਿਆ ਕਿ ਬਹੁਤ ਜ਼ਿਆਦਾ ਫੈਕਟਰੀਆਂ ਆਪਣੇ ਇੰਪਲਾਈਜ਼ ਵਾਸਤੇ ਮਹੀਨੇ 'ਚ 2 ਵਾਰੀ 3 ਵਾਰੀ ਜਿਹੜਾ ਨਾ ਖਾਣਾ ਸਪੈਸ਼ਲੀ ਮੰਗਾ ਕੇ ਆਪਣੀ ਫੈਕਟਰੀ ਦੇ ਅੰਦਰ ਇੰਪਲਾਈਜ਼ ਨੂੰ ਵੀ ਆਪਣਾ ਖਾਣਾ ਮਾਤਾ ਪ੍ਰਸ਼ਾਦ ਜਿਹੜਾ ਹੈਗਾ ਸਰਵ ਕਰਾਉਂਦੇ ਹੈਗੇ ਆ। ਉਹ ਵੀ ਇੱਕ ਬਹੁਤ ਜ਼ਿਆਦਾ ਹੌਲੀ ਹੌਲੀ ਮਾਰਕੀਟ ਦੇ ਵਧਿਆ ਜਿਹੜਾ ਹੈਗਾ। ਜਿਹੜੀ ਸਾਡੇ ਕੋਲ ਬੁਕਿੰਗ ਨਾ ਮਿਲਣ ਦੇ ਬਾਅਦ ਫੋਨ ਆਉਂਦੇ ਆ ਉਹਨਾਂ ਤੋਂ ਮੈਨੂੰ ਇਹ ਲੱਗਿਆ ਕਿ ਹੁਣ ਲੋਕਾਂ 'ਚ ਇਹ ਜ਼ਿਆਦਾ ਚਰਚਾ ਵੀ ਹੋ ਰਹੀ ਹੈਗੀ ਹੈ ਤੇ ਲੋਕਾਂ ਦੇ ਅੰਦਰ ਜਾਗਰਤੀ ਵੀ ਬਹੁਤ ਜ਼ਿਆਦਾ ਪੈਦਾ ਹੋਈ ਹੈ ਵੀ ਕੁਝ ਵੀ ਛੋਟੀ ਜਿਹੀ ਅਮਾਊਂਟ ਵਾਸਤੇ ਤੁਸੀਂ ਜਿਹੜਾ ਫੋਨ ਕਰਨਾ ਹੈਗਾ ਤੁਹਾਡਾ ਖਾਣਾ ਤੁਹਾਡੇ ਘਰ ਪਹੁੰਚ ਜਾਂਦਾ ਹੈਗਾ, ਤੁਸੀਂ 500 ਬੰਦੇ ਨੂੰ ਵਰਤਾ ਦਿੰਦੇ ਹੋ ਜਿਹੜਾ ਹੈਗਾ ਤੇ ਉਸ ਵਾਸਤੇ ਉਹਨੂੰ ਕੋਈ ਜ਼ਿਆਦਾ ਕੁਝ ਕਰਨਾ ਨਹੀਂ ਪੈਂਦਾ, ਬਸ ਉਹਨੇ ਫੋਨ ਹੀ ਕਰਨਾ ਹੈਗਾ। ਇਸ ਵਾਸਤੇ ਮੈਕਸਿਮਮ ਲੋਕ ਜਿਹੜੇ ਹੈਗੇ ਡੇ ਬਾਈ ਡੇ ਜ਼ਿਆਦਾ ਜੁੜ ਵੀ ਰਹੇ ਹੈਗੇ, ਮੈਕਸਿਮਮ ਡਿਮਾਂਡ ਵੀ ਬਹੁਤ ਵੱਧ ਰਹੀ ਹੈਗੀ ਹੈ। ਮੈਕਸਿਮਮ ਲੋਕਾਂ ਨੂੰ ਇਹ ਚੀਜ਼ ਦਾ ਸਾਡੇ ਟਰਾਈ ਸਿਟੀ ਦਾ ਮੈਂ ਸਮਝਦਾ ਖਾਣੇ ਦੀ ਕੋਈ ਸਮੱਸਿਆ ਹੈ ਹੀ ਨਹੀਂ ਜਿਹੜੀ ਹੈਗੀ ਹੈ। ਜਿਸ ਨੂੰ ਵੀ ਖਾਣਾ ਚਾਹੀਦਾ ਕੁਝ ਤਾਂ ਪਰਟੀਕੂਲਰ ਜਗ੍ਹਾ 'ਤੇ ਜਾ ਕੇ ਬੰਦਾ ਖਾ ਸਕਦਾ ਹੈ, ਕੁਝ ਜਿਹੜੇ ਬੰਦੇ ਆਪਣੇ ਘਰੇ ਲਗਾਉਂਦੇ ਹੈ ਘਰ ਦੇ ਬਾਹਰ ਲਗਾਉਂਦੇ ਮਾਰਕੀਟ 'ਚ ਲਗਾਉਂਦੇ ਹੈਗੇ ਉੱਥੇ ਬੰਦਾ ਖਾਣਾ ਪ੍ਰसाद प्राप्त कर लेते हैं। की दशा चेंज हो रही है अभी। हम सेवा जो महामाई का प्रसाद है हमारे घर तक पहुंच रहा है। जो लोग कई कई सालों से माँ के चरणों में नहीं भी आ सकते, बुजुर्ग जो भंडारे में नहीं भी आ सकते, अब इन गड्डियों के द्वारा मोबाइल फूड वैनों के द्वारा वो कोशिश करते हैं भी माँ का भोग लगा खाना हमारे दर पर आ रहा है। और वो इसको अब सनातनी धर्मी और जो भी लोग आदमी हैं हर तरह से गर्व महसूस करने लगे भी माँ का प्रसाद हमारे तक पहुँच रहा है। बहुत नॉमिनल रेट पे हर आदमी, कोई संस्था है, कोई समाज के कुछ लोग हैं जो आदमी मिलजुल के भी हम यहाँ भंडारा लगाएं, गरीब आदमियों के लगाएं, जन्मदिन पे है संकीर्तन कराते हैं, उसके अंदर सोचते हैं गर्व महसूस करते भी भंडारे से माँ का आशीर्वाद खाना आया, भंडारा है, हम अच्छी तरह बरताएं। लोग सेवा में तत्पर रहने लगे, इसी करके हमारी बुकिंग भी ज़्यादा रहती है। हम कोशिश करते हैं, कोऑपरेट करते हैं भी हर घर तक, चाहे हॉस्पिटलों में लोग जो उनसे बड़ी मुश्किल से लोग पता नहीं किस तरीके से आते हैं उन तक भी खाना पहुँचे, माँ का आशीर्वाद मिले, वो गर्व महसूस करते हैं भी खाना मिले और आशीर्वाद भी मिले। हर घर में नियर बाई कॉलोनियों में जहाँ भी वो लगवाना चाहते हैं अपने मन के मुताबिक, माँ बाप की बरसी है, जन्मदिन है बच्चों का, होटलों में जाते हैं आप 500 आदमी खाना 20-30-40 हज़ार रुपये से कम नहीं पड़ेगा। हमारा 9100 रुपये में अगर वो कम उसके पास बजट है, कम सेवा का साधन है, कड़ी चावल फुल्के से 500 आदमी छोड़ उसमें प्लस भी आदमी जाता है जो लोग वक्त आ सकते हैं। हलवे के साथ मिठे के साथ वो आदमी उसमें 12,000 रुपये में अपना सारा आदमी घर परिवार के नज़दीक के रिश्तेदारों को भी हर तरह से माँ का प्रसाद वो अपने वो गर्व महसूस करने लगे कि हमें माँ का प्रसाद हमारे घर तक पहुँचा है, माँ का हमें आशीर्वाद भी मिलेगा। और भंडारे वा का हमारा भी रहते भी हम जो समाज की सेवा के लिए हर तरह से कोऑपरेट, हर तरह से उनको कोऑपरेट करें हर तरह से। ਚਲੋ ਇਹ ਮਤਲਬ ਕਿ ਇੱਕ ਬਹੁਤ ਵਧੀਆ ਸ਼ੁਰੂਆਤ ਹੈਗੀ ਆ। ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਉਹ ਤੁਹਾਨੂੰ ਗੱਡੀਆਂ ਦਿਖਾਵੇ। ਦੇਖੋ ਇੱਥੇ 7 ਦੇ ਕਰੀਬ ਜਿਹੜੀਆਂ ਗੱਡੀਆਂ ਆਲਰੇਡੀ ਹੈਗੀਆਂ ਜਿੱਥੇ ਟਰਾਈ ਸਿਟੀ ਵਿੱਚ ਜਿਹੜਾ ਮਾਤਾ ਦਾ ਪ੍ਰਸ਼ਾਦ ਹੈਗਾ ਉਹ ਵਰਤਾਇਆ ਜਾ ਰਿਹਾ। ਔਰ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਤੁਹਾਨੂੰ ਦਿਖਾ ਵੀ ਦੇਵੇ ਕਿਸ ਤਰ੍ਹਾਂ ਸਟੀਲ ਮਤਲਬ ਪਿਓਰ ਸਟੀਲ ਨਾਲ ਜਿਹੜੀ ਇਹ ਤਿਆਰ ਕੀਤੀ ਹੋਈ ਬੋਡੀ ਹੈਗੀ ਆ ਜਿਸ ਵਿੱਚ ਖਾਣਾ ਖਰਾਬ ਹੋਣ ਦੀ ਕੋਈ ਚਾਂਸ ਨਹੀਂ ਹੈ। ਔਰ ਪੂਰਾ ਮਤਲਬ ਕਿ ਸਿਸਟਮ ਬਣਾਇਆ ਹੋਇਆ ਜਿਹੜਾ ਬੈਠ ਕੇ ਇੱਥੇ ਵਰਤਾਇਆ ਜਾਂਦਾ ਪੂਰਾ ਸਿਸਟਮ ਹੈਗਾ। ਅਲੱਗ-ਅਲੱਗ ਖਾਨੇ ਬਣੇ ਹੋਏ ਆ, ਅਲੱਗ-ਅਲੱਗ ਖਾਨਿਆਂ 'ਚ ਅਲੱਗ-ਅਲੱਗ ਆਈਟਮ ਜਿਹੜੀ ਖਾਣ ਵਾਲੀ ਆ ਉਹ ਇੱਥੇ ਪਾਏ ਜਾਂਦੇ। ਔਰ 500 ਦੇ ਕਰੀਬ ਜਿਹੜੀ ਆ ਥਾਲੀ ਉਹ ਇੱਥੋਂ ਕਹਿੰਦੇ ਮਤਲਬ ਜਾਂਦੀ ਹੈ ਨਾਲ ਜਾਂਦੇ ਆ। ਸਟੀਲ ਦੀ ਥਾਲੀ ਹੈ, ਸਟੀਲ ਦੇ ਚਮਚ ਆ
ਔਰ ਮਤਲਬ ਕਿ ਇਹੋ ਜਿਹੜਾ ਖਾਣਾ ਜਿਹੜਾ ਇੱਥੋਂ ਵਰਤਾਇਆ ਜਾਂਦਾ। ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਜਿਹੜਾ ਦਿਖਾਵੇ ਕਿਸ ਤਰ੍ਹਾਂ ਸਟੀਲ ਦੀ ਇਹ ਸਾਰੀ ਗੱਡੀਆਂ 'ਚ ਇਸ ਤਰ੍ਹਾਂ ਹੀ ਜਿਹੜੀ ਹੈ ਵਿਵਸਥਾ ਕੀਤੀ ਗਈ ਹੈ ਬੈਠਣ ਦੀ ਹੋਰ ਦੀ। ਔਰ ਅਗਰ ਕਿਸੇ ਨੂੰ ਕੋਈ ਕੰਪਲੇਂਟ ਨੰਬਰ ਵਗੈਰਾ ਵੀ ਜਿਹੜੇ ਆ ਉਹ ਇੱਥੇ ਦਿੱਤੇ ਹੋਏ ਨੇ। ਕਿਸੇ ਨੂੰ ਕੋਈ ਕੰਪਲੇਂਟ ਆ ਵੀ ਹਾਂ ਜੀ ਤਾਂ ਉਹ ਉੱਥੇ ਕੰਪਲੇਂਟ ਵੀ ਕਰ ਸਕਦਾ। ਬਕਾਇਦਾ ਕੰਪਲੇਂਟ ਜਾਂ ਸੁਜੈਸ਼ਨ ਜਿਹੜੇ ਆ ਉਹ ਨੰਬਰ ਦਿੱਤੇ ਹੋਏ ਨੇ ਤਾਂ ਕਿ ਬੁਕਿੰਗ ਨੰਬਰ ਵੀ ਆ। ਸਾਰਾ ਕੁਝ ਜਿਹੜੀ ਆ ਪ੍ਰੋਪਰ ਵਿਵਸਥਾ ਕੀਤੀ ਹੋਈ ਆ ਔਰ ਤਾਂ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਉਹ ਬਕਾਇਦਾ ਧੋ ਕੇ ਸਾਫ਼ ਸੁਥਰੀ ਜਿਹੜੀ ਆ ਪਲੇਟਸ ਚਮਚ ਹਰ ਚੀਜ਼ ਜਿਹੜੀ ਆ ਪਲੈਨਿੰਗ ਵੇ ਨਾਲ ਇੱਥੇ ਵਿਵਸਥਾ ਕੀਤੀ ਹੋਈ ਆ ਔਰ ਸਾਫ਼ ਸੁਥਰੇ ਢੰਗ ਨਾਲ ਰੱਖੀ ਹੋਈ ਆ। ਔਰ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜਿਨ੍ਹਾਂ ਦਾ ਮਾਤਾ ਦੇ ਮਤਲਬ ਵਿਸ਼ਵਾਸ ਹੈਗਾ ਉਹਨਾਂ ਦਾ ਵਿਸ਼ਵਾਸ ਨਾ ਟੁੱਟੇ ਔਰ ਜਿਹੜੀ ਇਹ ਸੁਵਿਧਾ ਹੈਗੀ ਆ ਉਹਨਾਂ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਉਹਨਾਂ ਨੂੰ ਮਿਲ ਸਕੇ ਔਰ ਇੱਕ ਅੱਛੀ ਸ਼ੁਰੂਆਤ ਹੈਗੀ ਆ। ਔਰ ਤੁਸੀਂ ਦੇਖੋ ਇਸ ਸਮੇਂ 7 ਗੱਡੀਆਂ ਔਰ 2 ਗੱਡੀਆਂ ਹੋਰ ਆਉਣ ਵਾਲੀਆਂ, ਉਸ ਤੋਂ ਬਾਅਦ 9 ਹੋ ਜਾਣਗੀਆਂ ਔਰ 9 ਤੋਂ ਬਾਅਦ ਵੀ ਜਿਹੜੀ ਇਹ ਸੇਵਾ ਇਹ ਪੂਰੀ ਨਹੀਂ ਹੋ ਰਹੀ, ਜਿਸ ਕਰਕੇ ਇਸ ਦੀ ਸੰਖਿਆ ਵਧਾ ਕੇ 12 ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਜਾਰੀ ਆ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਅਨਿਲ ਦੇ ਨਾਲ ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ।